ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਇਸ ਆਨਲਾਈਨ ਸੈਸ਼ਨ ਦੇ ਵਿੱਚ ਸਵਾਗਤ ਹੈ। ਕਰੰਟ ਅਫੇਅਰ ਦੀ ਆਪਣੀ ਸੀਰੀਜ਼ ਚੱਲ ਰਹੀ ਸੀ ਫੈਬ ਮੰਥ ਦੀ, ਉਸੇ ਨੂੰ ਅੱਗੇ ਆਪਾਂ ਕੰਟੀਨਿਊ ਕਰਾਂਗੇ ਆਪਣੀ ਸੀਰੀਜ਼ ਨੂੰ। ਤੇ ਉਸ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਅੱਗੇ ਆਪਾਂ ਅੱਜ ਦਾ ਜਿਹੜਾ ਪਹਿਲਾ ਕੁਐਸਚਨ ਹੈ ਸ਼ੁਰੂ ਕਰਦੇ ਹਾਂ। ਫਸਟ ਕੁਐਸਚਨ ਕੀ ਕਹਿ ਰਿਹਾ ਕਿ ਐਜ਼ ਪਰਸੈਂਟ AAR ruling, what is the rate of GST to be paid on income earned from providing guest lectures? ਕੀ ਕਹਾਣੀ ਹੈ, ਰੂਲਿੰਗ ਕੀ ਹੈ? ਪਹਿਲਾਂ ਤਾਂ ਇਹ AAR ਅਥਾਰਟੀ ਫॉर ਐਡਵਾਂਸ ਰੂਲਿੰਗ ਕਰਨਾਟਕਾ ਦੇ ਵਿੱਚ, ਕਰਨਾਟਕਾ ਦੇ ਬੈਂਚ ਨੇ, ਕੋਰਟ ਨੇ ਇਹ ਰੂਲਿੰਗ ਦਿੱਤੀ ਹੈ। ਦੇਖੋ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਫੈਸਰ ਨੇ ਜਾਂ ਟੀਚਰ ਨੇ ਹੈ ਨਾ, ਉਹ ਗੈਸਟ ਲੈਕਚਰਸ ਦਿੰਦੇ ਨੇ ਜਾ ਕੇ ਦੂਸਰੀ ਜਗ੍ਹਾ ਦੇ ਉੱਤੇ। ਉਹ ਗੈਸਟ ਲੈਕਚਰਸ ਦੇ ਬਦਲੇ ਉਹਨਾਂ ਨੂੰ ਆਨਰੇਰੀਅਮ ਮਿਲਦਾ, ਕੁਝ ਪੈਸੇ ਦਿੱਤੇ ਜਾਂਦੇ ਨੇ, ਠੀਕ ਹੈ। ਜਾਂ ਫੋਰਨ ਯੂਨੀਵਰਸਿਟੀ ਵਾਲੇ ਬੁਲਾ ਲਏ, ਪਰ ਇੱਥੇ ਤਾਂ ਇੰਡੀਆ ਦੇ ਕੰਟੈਕਸਟ 'ਚ ਹੀ ਹੈ। ਜਿਵੇਂ ਕੋਈ IIT ਦੇ ਪ੍ਰੋਫੈਸਰ ਨੂੰ ਆਪਾਂ ਇੱਥੇ ਕਿਸੇ ਯੂਨੀਵਰਸਿਟੀ 'ਚ ਬੁਲਾ ਲਿਆ ਕਿਸੇ ਟੌਪਿਕ ਦੇ ਉੱਤੇ ਲੈਕਚਰ ਦੇਣ ਲਈ, ਗੈਸਟ ਲੈਕਚਰ। ਉਹ ਕਹਿੰਦੇ ਵੀ ਹੁਣ ਤੋਂ ਜੇ ਕੋਈ ਪ੍ਰੋਫੈਸ਼ਨਲ ਜਿਹੜਾ ਹੈਗਾ ਉਹਦਾ ਟਰਨਓਵਰ ਜਿਹੜਾ ਹੈਗਾ, ਮਤਲਬ ਕਮਾਈ 20 ਲੱਖ ਤੋਂ ਜ਼ਿਆਦਾ ਹੈ ਇੱਕ ਸਾਲ 'ਚ, ਤੇ ਉਸ ਤੋਂ ਬਾਅਦ ਉਹ ਇਸ ਦੇ ਥਰੂ ਪੈਸੇ ਕਮਾਉਂਦਾ ਹੈ ਗੈਸਟ ਲੈਕਚਰ ਦੇ ਥਰੂ, ਤਾਂ ਉਸ ਗੈਸਟ ਲੈਕਚਰ ਵਾਲੀ ਉਹਦੀ ਕਮਾਈ ਦੇ ਉੱਤੇ ਹੁਣ ਤੋਂ ਉਹਨੂੰ 18% GST ਦੇਣਾ ਪਊਗਾ ਵੱਖਰਾ। 18% GST ਦੇ ਦਾਇਰੇ ਦੇ ਵਿੱਚ ਉਹਨੂੰ ਰੱਖਿਆ ਗਿਆ। ਕਰਨਾਟਕਾ ਦੀ ਇਹ ਰੂਲਿੰਗ ਹੈ। ਇਹ ਆਪਣਾ ਹੋਇਆ ਇਹ ਵਾਲਾ ਕੁਐਸਚਨ। ਅਗਲੇ ਕੁਐਸਚਨ ਤੇ ਮੂਵ ਕਰਦੇ ਹਾਂ। ਕਹਿੰਦਾ who has been appointed as India's first national maritime security coordinator? ਭਾਰਤ ਦੇ ਪਹਿਲੇ ਰਾਸ਼ਟਰੀ ਸਮੁੰਦਰੀ ਸੁਰੱਖਿਆ ਕੋਆਰਡੀਨੇਟਰ ਵਜੋਂ ਕਿਹਨੂੰ ਨਿਯੁਕਤ ਕੀਤਾ ਗਿਆ? ਸਵਾਲ ਇਹ ਹੈ, ਬੜਾ ਫੈਕਚੁਅਲ ਜਿਹਾ ਸਵਾਲ ਹੈ, ਸਿੱਧਾ ਨਾਮ ਯਾਦ ਕਰਨਾ ਪਊਗਾ ਸਾਨੂੰ। ਜੀ ਅਸ਼ੋਕ ਕੁਮਾਰ, ਠੀਕ ਹੈ। ਇਹ ਕੌਣ ਨੇਗੇ? ਇਹ ਜਿਹੜੀ ਸਾਡੀ ਨੇਵੀ ਯਾਨੀ ਕਿ ਪਾਣੀ ਵਾਲੀ ਸੈਨਾ ਹੈਗੀ, ਉਹਦੇ ਵਾਈਸ ਐਡਮਾਇਰਲ ਨੇ, ਠੀਕ ਹੈ, ਜੀ ਅਸ਼ੋਕ ਕੁਮਾਰ। ਉਹਨਾਂ ਨੂੰ ਇਹਦੇ ਲਈ ਕੋਆਰਡੀਨੇਟ ਕੀਤਾ ਗਿਆ ਜਦੋਂ ਦਾ ਸਮੁੰਦਰੀ ਹਮਲਾ ਤੁਹਾਨੂੰ ਪਤਾ ਕਿ ਆਪਣੇ ਹੋਇਆ ਭਾਰਤ ਦੇ ਵਿੱਚ। ਉਸ ਤੋਂ ਬਾਅਦ ਇਹ ਸਮੁੰਦਰ ਦੇ ਥਰੂ ਕੋਈ ਹੋਰ ਅਟੈਕ ਹਮਲਾ ਇਹੋ ਜਿਹਾ ਨਾ ਹੋ ਸਕੇ, ਇਹਦੇ ਲਈ ਉਦੋਂ ਦੀ ਹੀ ਇਹ ਰეკਮੈਂਡੇਸ਼ਨ 26/11 ਅਟੈਕ ਹੀ ਬੋਲਦੇ ਆ ਉਹਨੂੰ ਆਪਾਂ, ਫਿਲਮ ਵੀ ਬਣੀ ਹੋਈ ਹੈ, ਤੁਸੀਂ ਦੇਖੀ ਹੋਊਗੀ 26/11 ਦੇ ਉੱਤੇ, ਠੀਕ ਹੈ। ਉਸੇ ਅਟੈਕ ਤੋਂ ਬਾਅਦ ਇਹ ਰੱਖਿਆ ਗਿਆ ਸੀਗਾ ਕਿ ਇਸ ਪੋਸਟ ਨੂੰ ਕ੍ਰੀਏਟ ਕਰਿਆ ਜਾਊ, ਪਰ ਭਰੀ ਹੁਣ ਗਈ ਹੈ। ਇਹ ਰਿਪੋਰਟ ਕਿਹਨੂੰ ਕਰਦਾ ਗਾ? ਇਹ ਜਿਹੜੀ ਪੋਸਟ ਹੈਗੀ ਇਹ ਰਿਪੋਰਟ ਕਰਦੀ ਹੈ ਸਿੱਧੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੂੰ। ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਸਾਡਾ, ਉਹ ਕੌਣ ਨੇ? ਅਜੀਤ ਡੋਵਾਲ। ਇਹਨਾਂ ਦੇ ਬਾਰੇ ਤਾਂ ਤੁਸੀਂ ਜ਼ਰੂਰ ਸੁਣਿਆ ਹੋਊਗਾ, ਅਕਸਰ ਨਿਊਜ਼ ਦੇ ਵਿੱਚ ਹੀ ਰਹਿੰਦੇ ਨੇ ਅਜੀਤ ਡੋਵਾਲ, ਠੀਕ ਹੈ। ਤਾਂ ਇਹ ਕੁਐਸਚਨ ਆਪਣੇ ਆਪ 'ਚ ਫੈਕਚੁਅਲ ਸਵਾਲ ਹੈ ਪਰ ਇੰਪੋਰਟੈਂਟ ਸਵਾਲ ਹੈ, ਧਿਆਨ ਦੇ ਵਿੱਚ ਰੱਖਿਆ ਜਾਵੇ। ਕਿਹੜੀ ਭਾਰਤੀ ਸਿਟੀ ਹੈ ਜਾਂ ਸ਼ਹਿਰ ਹੈ ਜਿਹਨੂੰ ਰੀਸੈਂਟਲੀ ਕੀ ਇਨੋਗਰੇਟ ਕਰਿਆ ਉਹਨੇ? ਵਾਟਰ ਟੈਕਸੀ ਸਰਵਿਸ। ਵਾਟਰ ਟੈਕਸੀ ਸਰਵਿਸ, ਜਿਵੇਂ ਟੈਕਸੀਜ਼ ਕਾਰਾਂ ਹੁੰਦੀਆਂ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਲਈ, ਐਵੇਂ ਪਾਣੀ ਦੇ ਥਰੂ। ਇਹਦਾ ਮਤਲਬ ਇਹ ਇਹੋ ਜਿਹੀ ਸਿਟੀ ਹੋਣੀ ਚਾਹੀਦੀ ਹੈ ਜਿਹੜੀ ਸਮੁੰਦਰ ਨਾਲ ਜਾਂ ਫਿਰ ਰੀਵਰਸ ਦਾ ਜਿੱਥੇ ਬਹੁਤ ਜ਼ਿਆਦਾ ਪ੍ਰਭਾਵ ਹੋਊ ਤਾਂ ਹੀ ਪਾਣੀ ਦੇ ਵਿੱਚ ਦੀ ਉਹਨਾਂ ਨੂੰ ਟੈਕਸੀ ਨੂੰ ਚਲਾ ਸਕਦੇ ਹੋਣਗੇ। ਤਾਂ ਇਹ ਕੀਤਾ ਮੁੰਬਈ ਨੇ। ਮੁੰਬਈ ਨੇ ਯਾਨੀ ਕਿ ਇਹ ਪਹਿਲੀ ਜਿਹੜੀ ਟੈਕਸੀ ਕਨੈਕਟੀਵਿਟੀ ਕਿੱਥੋਂ ਕਿੱਥੇ ਤੱਕ ਆ, ਮੁੰਬਈ ਤੋਂ ਲੈ ਕੇ ਨਵੀਂ ਮੁੰਬਈ ਤੱਕ ਇਹਨਾਂ ਨੇ ਇਨੋਗਰੇਟ ਕੀਤੀ ਹੈ। ਉद्धਵ ਠਾਕਰੇ ਨੇ, ਵੈਸੇ ਤਾਂ ਹੁਣ ਰੌਲਾ ਪਿਆ ਹੋਇਆ ਚੀਫ ਮਿਨਿਸਟਰ, ਹਲੇ ਤੱਕ ਤਾਂ ਚਲੋ ਉद्धਵ ਠਾਕਰੇ ਨੇ। ਆਉਣ ਵਾਲੇ ਸਮੇਂ 'ਚ ਕੌਣ ਹੁੰਦੇ ਨੇ ਚੀਫ ਮਿਨਿਸਟਰ, ਇਹ ਤਾਂ ਆਉਣ ਵਾਲੇ ਦਿਨਾਂ 'ਚ ਕੁਝ ਪਤਾ ਲੱਗੇਗਾ, ਠੀਕ ਹੈ। ਤਾਂ ਇਹ ਧਿਆਨ ਦੇ ਵਿੱਚ ਰੱਖਿਓ, ਠੀਕ ਹੈ, ਕਿ ਕਿਹੜੀ ਸਿਟੀ ਹੈ? ਮੁੰਬਈ। ਮੁੰਬਈ ਤੋਂ ਨਵੀਂ ਮੁੰਬਈ ਤੱਕ ਇਹਨਾਂ ਨੇ ਇਹ ਟੈਕਸੀ ਪਾਣੀ ਵਾਲੀ ਸ਼ੁਰੂ ਕੀਤੀ ਹੈ। ਅਗਲਾ ਸਵਾਲ ਆ ਗਿਆ। ਨੈਸ਼ਨਲ ਇੰਸਟੀਟਿਊਟ ਹੈ ਕਰੀਅਰ ਸਰਵਿਸਿਜ਼ ਦਾ, ਇਹ ਫੰਕਸ਼ਨ ਕਰਦਾ ਕਿਹੜੀ ਮਿਨਿਸਟਰੀ ਦੇ ਅੰਡਰ? ਨੈਸ਼ਨਲ ਇੰਸਟੀਟਿਊਟ ਆਫ ਕਰੀਅਰ ਸਰਵਿਸਿਜ਼। ਇਹ ਲੇਬਰ ਤੇ ਇੰਪਲੋਇਮੈਂਟ, ਵੈਸੇ ਨਾਮ ਤੋਂ ਹੀ ਸਮਝ ਆ ਗਿਆ ਸੀਗਾ ਆਪਾਂ ਨੂੰ, ਕਰੀਅਰ ਕੇ ਕਿਸੇ ਦੇ ਕਰੀਅਰ ਨੂੰ ਲੈ ਕੇ ਗਾਈਡੈਂਸ ਦੇਣੀ ਜਾਂ ਤੈਨੂੰ ਉਹਦੇ ਸਕਿੱਲ ਦੇ ਹਿਸਾਬ ਨਾਲ ਉਹਨੂੰ ਹੋਰ ਬੈਟਰ ਸਕਿੱਲ ਪ੍ਰੋਵਾਈਡ ਕਰਨਾ, ਉਹ ਸਾਰੀਆਂ ਚੀਜ਼ਾਂ ਤਾਂ ਓਬਵੀਅਸ ਜੀ ਗੱਲ ਹੈ ਕਿ ਕਿਹਦੇ ਅੰਡਰ ਪੈ ਸਕਦਾ? ਤਾਂ ਸਿੰਪਲੀ ਲੇਬਰ ਐਂਡ ਇੰਪਲੋਇਮੈਂਟ ਦੇ ਅੰਡਰ ਹੀ ਪੈ ਸਕਦਾ। ਇੱਕ ਕੈਰੀਅਰ ਕਾਉਂਸਲਿੰਗ ਵਰਕਸ਼ਾਪ ਕਰਾਈ ਸੀ ਇਹਨਾਂ ਨੇ, ਜਿਹਦਾ ਨਾਮ ਇਹਨਾਂ ਨੇ ਰੱਖਿਆ ਸੀ ਪਰਾਮਰਸ਼ 2022। ਇਹਦੇ ਵਿੱਚ 1 ਲੱਖ ਸਟੂਡੈਂਟਸ ਨੂੰ, ਠੀਕ ਆ, ਬੀਕਾਨੇਰ ਡਿਸਟ੍ਰਿਕਟ ਦੇ ਵਿੱਚ ਯਾਨੀ ਕਿ ਰਾਜਸਥਾਨ ਦੇ ਵਿੱਚ ਇਨੋਗਰੇਟ ਕੀਤਾ ਗਿਆ ਇਸ ਨੂੰ। ਇਸੇ ਕਰਕੇ ਇਹ ਨਿਊਜ਼ ਦੇ ਵਿੱਚ ਆ ਗਿਆ। ਇਹਨੂੰ ਇਨੋਗਰੇਟ ਕਿਹਨੇ ਕੀਤਾ? NICS ਨੇ ਕੀਤਾ। ਇਹ ਕੁਐਸਚਨ ਬਣਨ ਦੇ ਘੱਟ ਚਾਂਸ ਨੇ। ਇਹ ਪੁੱਛਿਆ ਜਾ ਸਕਦਾ ਕਿ ਕਿਹੜੀ ਮਿਨਿਸਟਰੀ ਦੇ ਅੰਡਰ ਕੋਈ ਸੰਸਥਾਨ ਜਾਂ ਇਹ ਜਿਹੜਾ ਇੰਸਟੀਟਿਊਸ਼ਨ ਆ ਪੈਂਦਾ। ਤਾਂ ਇਹ ਵੀ ਪਤਾ ਹੋਣਾ ਚਾਹੀਦਾ ਪਰਾਮਰਸ਼ 2022 ਕੀ ਸੀਗਾ। ਇਹ ਤਾਂ ਹੁਣ ਆਈਡੀਆ ਲੱਗ ਹੀ ਗਿਆ ਕਿ ਇਹਨਾਂ ਨੂੰ ਸਟੂਡੈਂਟਸ ਵਾਸਤੇ ਜਿਹੜਾ ਇਹ ਕਰਿਆ ਇਵੈਂਟ, ਠੀਕ ਹੈ। ਅਗਲੇ ਸਵਾਲ ਤੇ ਚੱਲਦੇ ਹਾਂ।
ਜਿਹੜੀ ਸੈਕੰਡ ਐਡਵਾਂਸ ਐਸਟੀਮੇਟ ਸੀ ਆਫ ਪ੍ਰੋਡਕਸ਼ਨ ਆਫ ਮੇਜਰ ਕ੍ਰੌਪਸ ਫॉर 2021-22 ਵਟ ਇਜ਼ ਦਾ ਐਸਟੀਮੇਟਡ ਫੂਡ ਗ੍ਰੇਨ ਪ੍ਰੋਡਕਸ਼ਨ। ਮਤਲਬ ਸਾਡੀਆਂ ਜਿਹੜੀਆਂ ਮੇਜਰ ਕ੍ਰੌਪਸ ਨੇ ਜਿਵੇਂ ਰਾਈਸ ਹੋ ਗਏ, ਵੀਟ ਹੋ ਗਿਆ, ਕਣਕ ਹੋ ਗਈ, ਠੀਕ ਹੈ, ਚੌਲ ਹੋ ਗਏ, ਜਾਂ ਇਸ ਤੋਂ ਇਲਾਵਾ ਹੋਰ ਕਿੰਨੀਆਂ ਪਲਸ ਜਿਹੜੀਆਂ ਮੇਜਰ ਕ੍ਰੌਪਸ ਨੇ ਬੇਸਿਕਲੀ ਉਹਨਾਂ ਦੀ ਪ੍ਰੋਡਕਸ਼ਨ ਦਾ ਐਸਟੀਮੇਟ ਕੀ ਲਾਇਆ ਗਿਆ 2021-22 ਦਾ, ਉਹ ਹੈਗਾ 316.06 ਮਿਲੀਅਨ ਟਨ। ਠੀਕ ਹੈ, ਇਹ ਐਗਰੀਕਲਚਰ ਮਿਨਿਸਟਰੀ ਜਿਹੜੀ ਸਾਡੀ ਹੈਗੀ ਹੈ, ਮਿਨਿਸਟਰੀ ਆਫ ਐਗਰੀਕਲਚਰ ਤੇ ਫਾਰਮਰ ਵੈਲਫੇਅਰ, ਉਹਨਾਂ ਨੇ ਰਿਲੀਜ਼ ਕੀਤਾ ਇਹ ਵੀ ਇਹ ਐਸਟੀਮੇਟ ਵੀ ਇਸ ਵਾਰ ਦਾ ਸਾਡਾ ਕਿੰਨਾ ਰਹੂਗਾ, 21-22 ਦਾ ਕਿੰਨਾ ਰਹੂਗਾ। ਤੇ ਜੇ ਦੇਖਿਆ ਜਾਵੇ ਕਹਿੰਦੇ ਵੀ ਆਪਾਂ ਇੱਥੇ ਪੜ੍ਹਦੇ ਹਾਂ, ਜਿਵੇਂ ਕਹਿੰਦਾ ਇਹ ਜਿਹੜਾ 316.16 ਮਿਲੀਅਨ ਟਨ ਆ ਨਾ ਐਸਟੀਮੇਟਡ, ਇਹ 5.32 ਮਿਲੀਅਨ ਟਨ ਪਿਛਲੇ ਸਾਲ ਵਾਲੇ 2021 ਤੋਂ ਵੱਧ ਹੈ। ਮਤਲਬ ਉਹਦੇ ਨਾਲੋਂ ਵੱਧ ਪ੍ਰੋਡਕਸ਼ਨ ਹੋਣ ਦੇ ਇਸ ਵਾਰ ਐਸਟੀਮੇਟ ਲਾਏ ਗਏ ਨੇ ਪਿਛਲੀ ਵਾਰ ਨਾਲੋਂ। ਕੁਐਸਚਨ ਐਵੇਂ ਵੀ ਘੁੰਮ ਕੇ ਕਿਸੇ ਨਾ ਕਿਸੇ ਰੂਪ 'ਚ ਬਣ ਸਕਦਾ ਕਿ ਇਸ ਵਾਰ ਜਿਹੜਾ ਐਸਟੀਮੇਟ ਲੱਗਿਆ ਪ੍ਰੋਡਕਸ਼ਨ ਦਾ ਉਹ ਪਿਛਲੇ ਸਾਲ ਨਾਲੋਂ ਘੱਟ ਹੈ ਕਿ ਵੱਧ ਹੈ, ਤਾਂ ਤੁਹਾਨੂੰ ਇਹ ਵੀ ਆਈਡੀਆ ਹੋਣਾ ਚਾਹੀਦਾ ਕਿ ਪਿਛਲੀ ਵਾਰ ਨਾਲੋਂ ਵੱਧ ਹੈ। ਐਗਜ਼ੈਕਟ ਫਿਗਰ ਸ਼ਾਇਦ ਕੋਈ ਨਹੀਂ ਪੁੱਛਦਾ ਹੁੰਦਾ ਬਹੁਤੇ ਜ਼ਿਆਦਾ, ਸਿਰਫ ਐਵੇਂ ਘੁਮਾ ਕੇ ਕਿਸੇ ਰੂਪ ਦੇ ਵਿੱਚ ਕੁਐਸਚਨ ਫਿੱਟ ਕਰ ਦਿੱਤਾ ਜਾਂਦਾ, ਤਾਂ ਸਾਨੂੰ ਉਵੇਂ ਆਈਡੀਆ ਹੋਣਾ ਚਾਹੀਦਾ। ਲਓ ਜੀ ਅੱਗੇ ਚੱਲਦੇ ਹਾਂ। ਕਹਿੰਦਾ ਵੇਅਰ ਇਜ਼ ਦਾ ਹੈੱਡਕੁਆਟਰ ਆਫ ਯੂਨਾਈਟਿਡ ਨੇਸ਼ਨ ਕਾਨਫਰੰਸ ਔਨ ਟ੍ਰੇਡ ਐਂਡ ਡਿਵੈਲਪਮੈਂਟ। ਇਹਨੂੰ ਬੇਸਿਕਲੀ UNCTD ਇਸ ਫਾਰਮ ਦੇ ਵਿੱਚ ਵੀ ਲਿਖਿਆ ਜਾਂਦਾ, ਇਹਦੀ ਫੁੱਲ ਫਾਰਮ ਵੀ ਪੁੱਛ ਸਕਦੇ ਨੇ ਕਿ ਯੂਨਾਈਟਿਡ ਨੇਸ਼ਨ ਕਾਨਫਰੰਸ ਔਨ ਟ੍ਰੇਡ ਐਂਡ ਡਿਵੈਲਪਮੈਂਟ, ਮਤਲਬ ਵਪਾਰ ਨੂੰ ਲੈ ਕੇ ਤੇ ਡਿਵੈਲਪਮੈਂਟ ਨੂੰ ਲੈ ਕੇ ਇਹ ਕੰਮ ਕਰਦੀ ਹੈ। ਇਹਦਾ ਹੈੱਡਕੁਆਟਰ ਤੁਸੀਂ ਦੱਸਣਾ ਕਿੱਥੇ ਆ, ਤਾਂ ਇਹਦਾ ਹੈੱਡਕੁਆਟਰ ਹੈਗਾ ਜਿਨੇਵਾ ਦੇ ਵਿੱਚ। ਜਿਹੜੀ ਇਹ ਆਰਗੇਨਾਈਜੇਸ਼ਨ ਹੈ ਅਕਸਰ ਹੀ ਨਿਊਜ਼ ਦੇ ਵਿੱਚ ਰਹਿੰਦੀ ਹੈ, ਵੈਸੇ ਤਾਂ ਹਮੇਸ਼ਾ ਹੀ ਕੁਛ ਨਾ ਕੁਛ ਇਹੋ ਜਿਹਾ ਕਰਦੀ ਹੋਈ ਰਹਿੰਦੀ ਹੈ। ਇਹ ਰੀਸੈਂਟਲੀ ਇਹਨੇ ਕੀ ਕਿਹਾ ਕਿ ਇੰਡੀਆ ਦਾ ਜਿਹੜਾ ਟ੍ਰੇਡ ਡੈਫੀਸਿਟ ਹੈ ਐਜ਼ ਅ ਪਰਸੈਂਟੇਜ ਆਫ ਗਲੋਬਲ ਟ੍ਰੇਡ ਉਹ ਘਟ ਗਿਆ, 0.6% ਹੋ ਗਿਆ। ਟ੍ਰੇਡ ਡੈਫੀਸਿਟ ਸਾਡਾ ਘਟਿਆ। ਡੈਫੀਸਿਟ ਦਾ ਮਤਲਬ ਹੋ ਗਿਆ ਜਿਹੜਾ ਵਪਾਰ ਦੇ ਵਿੱਚ ਅਸੀਂ ਸਾਡਾ ਦੇਣ ਲੈਣ ਸੀ, ਮਤਲਬ ਦੇਣ ਕਿਸੇ ਨੂੰ ਅਸੀਂ ਨੇ ਜਿਹੜੇ ਪੈਸੇ ਦੇਣੇ ਸੀ। ਡੈਫੀਸਿਟ ਦਾ ਮਤਲਬ ਇਹ ਹੋ ਗਿਆ ਨਾ ਕਿ ਅੰਡਰ ਕਰਜ਼ੇ ਦੇ ਅੰਡਰ ਸਾਡਾ ਕਰਜ਼ਾ, ਕਹ ਲਓ ਤੁਸੀਂ, ਡੈਫੀਸਿਟ ਦਾ ਸਹੀ ਸ਼ਬਦ ਕਰਜ਼ਾ ਹੋ ਸਕਦਾ, ਕਿ ਕਰਜ਼ਾ ਜਿਹੜਾ ਸਾਡਾ ਸੀਗਾ ਉਹ ਘਟਿਆ 0.6% 2022 ਚ ਅਗੇਂਸਟ 0.7% ਇਨ ਪ੍ਰੀ ਪੈਂਡੈਮਿਕ ਲੈਵਲਸ। ਜਦੋਂ ਆ ਚੱਲ ਰਿਹਾ ਸੀ ਕੋਵਿਡ ਉਦੋਂ 0.7 ਤੱਕ ਪਹੁੰਚ ਗਿਆ ਸੀ, ਹੁਣ ਉਹ ਤੋਂ ਘਟ ਕੇ 0.6% ਹੋ ਗਿਆ। ਤਾਂ ਇਹ ਆਪਣੇ ਆਪ ਦੇ ਵਿੱਚ ਤਾਂ ਹੀ ਨਿਊਜ਼ ਦੇ ਵਿੱਚ ਆਇਆ। ਤਾਂ ਇਹ ਕੁਐਸਚਨ ਬਣਨ ਦੇ ਇਹਦੇ ਤਾਂ ਬਹੁਤ ਰੇਅਰ ਚਾਂਸ ਨੇ, ਪਰ ਆ ਜ਼ਰੂਰ ਜੇ ਏਜੰਸੀ ਨਿਊਜ਼ 'ਚ ਆ ਗਈ ਤਾਂ ਇਹਦੇ ਬਾਰੇ ਤੁਹਾਨੂੰ ਪੁੱਛ ਸਕਦੇ ਨੇ ਕਿ ਇਹਦਾ ਹੈੱਡਕੁਆਟਰ ਕਿੱਥੇ ਆ। ਜ਼ਿਆਦਾਤਰ ਕੁਐਸਚਨ ਵਨ ਲਾਈਨਰ ਇਹੀ ਬਣਦਾ ਹੁੰਦਾ। ਅੱਗੇ ਚੱਲਦੇ ਹਾਂ। 6ਵੀਂ ਅਫਰੀਕਨ ਯੂਨੀਅਨ ਤੇ ਯੂਰਪੀਅਨ ਯੂਨੀਅਨ ਦੀ ਸਮਿਟ ਹੋਈ ਹੈ, ਤੁਸੀਂ ਦੱਸਣਾ ਕਿੱਥੇ ਹੋਈ ਹੈ। ਇਹ ਜਿਹੜੀ ਅਫਰੀਕਨ ਤੇ ਯੂਰਪੀਅਨ ਯੂਨੀਅਨ ਦੀ ਸਮਿਟ ਹੋਈ ਹੈ ਬਰੁਸਲਸ ਦੇ ਵਿੱਚ ਹੋਈ ਹੈ। ਤੇ ਬਰੁਸਲਸ ਕਿਹੜੇ ਦੇਸ਼ ਦਾ ਸ਼ਹਿਰ ਹੈ? ਇਹ ਬੈਲਜੀਅਮ ਦਾ ਸ਼ਹਿਰ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਬਰੁਸਲ ਬੈਲਜੀਅਮ ਦੇ ਵਿੱਚ ਇਹ ਹੋਈ ਹੈ। ਬਸ ਫੈਕਚੁਅਲ ਸਵਾਲ ਹੈ ਸਿੱਧਾ, ਇਹਦੇ 'ਚ ਹੋਰ ਕੁਝ ਕੱਢਣ ਪਾਉਣ ਨੂੰ ਨਹੀਂ। ਅੱਗੇ ਆ ਜਾਓ। ਹੂ ਹੈਜ਼ ਬੀਨ ਕਨਫਰਡ ਵਿਦ ਦਾ ਹਿਲਾਲ ਏ ਪਾਕਿਸਤਾਨ, ਸੈਕੰਡ ਹਾਈਐਸਟ ਸਿਵਲੀਅਨ ਅਵਾਰਡ ਹੈ ਪਾਕਿਸਤਾਨ ਦਾ 2022 ਦੇ ਵਿੱਚ। ਹਿਲਾਲ ਏ ਪਾਕਿਸਤਾਨ ਦੂਜੇ ਨੰਬਰ ਦਾ ਸਭ ਤੋਂ ਜਿਹੜਾ ਸਿਵਲੀਅਨਸ ਨੂੰ ਦਿੱਤਾ ਜਾਣ ਵਾਲਾ, ਆਮ ਬੰਦਿਆਂ ਨੂੰ ਯਾਨੀ ਕਿ ਦਿੱਤੇ ਜਾਣ ਵਾਲਾ ਜਿਹੜਾ ਅਵਾਰਡ ਹੈ ਉਹ ਹੈ ਪਾਕਿਸਤਾਨ ਦਾ। ਕਿਹਨੂੰ ਦਿੱਤਾ? ਇਹ ਕੁਐਸਚਨ ਹੈ, ਇੰਪੋਰਟੈਂਟ ਕੁਐਸਚਨ ਹੋ ਸਕਦਾ ਸਾਡੇ ਲਈ, ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ। ਤਾਂ ਬਿਲ ਗੇਟਸ, ਸਾਰੇ ਜਾਣਦੇ ਹੋ ਬਿਲ ਗੇਟਸ ਨੂੰ, ਮੈਨੂੰ ਨਹੀਂ ਲੱਗਦਾ ਕਿ ਕੋਈ ਨਹੀਂ ਜਾਣਦਾ ਹੋਊਗਾ। ਤਾਂ ਬਿਲ ਗੇਟਸ ਨੂੰ ਇਹ ਦਿੱਤਾ ਗਿਆ ਹੈ, ਠੀਕ ਹੈ, ਕਿਉਂਕਿ ਬਿਲ ਗੇਟਸ ਦੀ ਜਿਹੜੀ ਆ ਹੈਗੀ ਹੈ ਨਾ ਮਿਲਿੰਦਾ ਗੇਟਸ ਫਾਊਂਡੇਸ਼ਨ, ਇਹ ਸੋਸ਼ਲ ਵਰਕ ਬਹੁਤ ਕਰਦੀ ਆ। ਸੋਸ਼ਲ ਵਰਕ ਦੇ ਵਿੱਚ ਇਹਦਾ ਕਾਫੀ ਕੰਟਰੀਬਿਊਸ਼ਨ ਰਹਿੰਦਾ ਹੈ, ਜਿਹਦੇ ਕਰਕੇ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਇਹਨੂੰ ਅਵਾਰਡ ਦਿੱਤਾ ਜਾਂਦਾ। ਤੇ ਪਾਕਿਸਤਾਨ ਨੂੰ ਵੀ ਇਸ ਨੇ ਵੀ ਇਸੇ ਤਹਿਤ ਇਹਨਾਂ ਨੂੰ, ਕਿਉਂਕਿ ਪਾਕਿਸਤਾਨ ਦੇ ਵਿੱਚ ਪਾਵਰਟੀ ਨੂੰ, ਗਰੀਬੀ ਨੂੰ ਘਟਾਉਣ ਦੇ ਵਿੱਚ ਇਹਦਾ ਕਾਫੀ ਵੱਡਾ ਰੋਲ ਰਿਹਾ ਹੈ। ਕਿੰਨੀ ਕੁ ਘਟੀ ਹੈ ਚਲੋ ਤਾਂ ਸਾਨੂੰ ਵੀ ਪਤਾ ਹੈ, ਪਰ ਫਿਰ ਵੀ ਇਹ ਕੋਸ਼ਿਸ਼ ਆਪਣੀ ਕਰਦੇ ਹੀ ਰਹਿੰਦੇ ਨੇ, ਤਾਂ ਉਸ ਪਰਪਸ ਲਈ ਇਹ ਦਿੱਤਾ ਗਿਆ ਹੈ। ਲਓ ਜੀ ਅੱਗੇ ਚੱਲਦੇ ਹਾਂ ਅਗਲੇ ਸਵਾਲ ਤੇ। ਗ੍ਰੀਨ ਹਾਈਡਰੋਜਨ ਤੇ ਅਮੋਨੀਆ ਪਾਲਿਸੀ, ਅਮੋਨੀਆ ਪਾਲਿਸੀ ਲਾਂਚ ਕੀਤੀ ਗਈ ਹੈ ਕਿਹੜੀ ਮਿਨਿਸਟਰੀ ਦੁਆਰਾ? ਦੇਖੋ ਗ੍ਰੀਨ ਹਾਈਡਰੋਜਨ ਅਮੋਨੀਆ ਪਾਲਿਸੀ ਦਾ ਸਿੰਪਲੀ ਇਹੀ ਹੈ ਕਿ ਜਿਹੜੀ ਪਾਵਰ ਹੈ ਉਹ ਅਸੀਂ ਕੋਲ ਦੀ ਥਾਂ ਤੇ ਜਿਹੜੇ ਰੀਨਿਊਏਬਲ ਸੋਰਸਸ ਆਫ એનર્ਜੀ ਨੇ, ਜਿਹੜੇ ਨੈਚੁਰਲੀ ਕੁਦਰਤੀ ਤੌਰ ਤੇ ਮਿਲਦੇ ਨੇ, ਜਿਵੇਂ ਸੂਰਜ ਦੀਆਂ ਕਿਰਨਾਂ ਤੋਂ, ਹਵਾ ਤੋਂ, ਪੌਣ ਤੋਂ ਅਸੀਂ ਪੈਦਾ ਕਰੀਏ, ਜਾਂ ਫਿਰ ਜਿਵੇਂ ਇਹਦੇ 'ਚ ਆ ਲਿਖਿਆ ਹੀ ਇਹਨਾਂ ਨੇ ਗ੍ਰੀਨ ਹਾਈਡਰੋਜਨ। ਹਾਈਡਰੋਜਨ ਇੱਕ ਇਹੋ ਜਿਹਾ ਫਿਊਲ ਹੈ, ਇਹਨੂੰ ਕੰਟਰੋਲ ਕਰਨਾ ਔਖਾ ਹੈ, ਪਰ ਹਾਈਡਰੋਜਨ ਸਭ ਤੋਂ ਕਲੀਨ ਫਿਊਲ ਹੈ ਜਿਹਦੇ ਤੋਂ ਪੋਲਿਊਸ਼ਨ ਕੁਝ ਨਹੀਂ ਹੁੰਦਾ। ਅਲਟੀਮੇਟਲੀ ਹਾਈਡਰੋਜਨ ਤੋਂ ਜਿਹੜਾ ਵੇਸਟ ਨਿਕਲਦਾ ਨਾ ਉਹ ਪਾਣੀ ਦੀ ਫਾਰਮ 'ਚ ਹੀ ਬਾਹਰ ਨਿਕਲਦਾ। ਪਾਣੀ ਕਿਹੜਾ ਕੋਈ ਵੇਸਟ ਹੈ ਜਾਂ ਕੋਈ ਇੱਥੇ ਪੋਲਿਊਸ਼ਨ ਕਰ ਰਿਹਾ ਸਾਡੇ ਕੋਲੇ। ਤਾਂ ਸਿਮਿਲਰਲੀ ਇੱਕ ਪਾਲਿਸੀ ਲਿਆਂਦੀ ਹੈ, ਕਿਹਦੀ? ਮਿਨਿਸਟਰੀ ਆਫ ਪਾਵਰ ਨੇ ਲਿਆਂਦੀ ਹੈ, ਜਿਹਦੇ ਤਹਿਤ ਅਸੀਂ ਗ੍ਰੀਨ ਹਾਈਡਰੋਜਨ ਜਾਂ ਅਮੋਨੀਆ ਨੂੰ ਯੂਜ਼ ਕਰਕੇ ਜਿਹੜੇ એનર્ਜੀ ਦੇ ਸਾਡੇ એનર્ਜੀ ਅਸੀਂ ਸਾਨੂੰ ਰਿਕੁਆਇਰਡ ਹੈ ਸਾਡੇ ਦੇਸ਼ 'ਚ, ਉਹਨੂੰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਤਾਂ ਕਿ ਅਸੀਂ ਕੋਲ ਵਰਗੇ ਜਾਂ ਜਿਹੜੇ ਸਾਡੇ ਪ੍ਰਦੂਸ਼ਿਤ ਕਰਦੇ ਨੇ ਸਾਡੇ ਵਾਤਾਵਰਨ ਨੂੰ, ਉਹ ਚੀਜ਼ਾਂ ਤੋਂ ਅਸੀਂ ਦੂਰ ਹੋ ਸਕੀਏ।
ਅਗਲੀ ਗੱਲ, ਸਸਟੇਨੇਬਲ ਇੰਟਰਨੈਸ਼ਨਲ ਫਾਈਨੈਂਸ਼ਿੰਗ ਸਕੀਮ ਐਸੋਸੀਏਟਡ ਵਿਦ ਵਿਚ ਗਲੋਬਲ ਐਸੋਸੀਏਸ਼ਨ। ਸਸਟੇਨੇਬਲ ਇੰਟਰਨੈਸ਼ਨਲ ਫਾਈਨੈਂਸ਼ੀਅਲ ਸਕੀਮ ਇਹਨਾਂ ਵਿੱਚੋਂ ਕਿਹੜੀ ਗਲੋਬਲ ਐਸੋਸੀਏਸ਼ਨ ਨਾਲ ਜੁੜੀ ਹੋਈ ਹੈ, ਅਸੀਂ ਇਹ ਦੱਸਣਾ। ਤਾਂ ਇਹ G20 ਦੇ ਨਾਲ ਜੁੜੀ ਹੋਈ ਹੈ। G20 ਇੱਕ 20 ਦੇਸ਼ਾਂ ਦਾ ਸੰਗਠਨ ਹੈ, ਠੀਕ ਹੈ, ਜਿਹਦੇ ਵਿੱਚ ਮੈਨੂੰ ਲੱਗਦਾ ਕੁੱਲ ਮਿਲਾ ਲਈਏ ਤਾਂ 90% ਦੇ ਅਰਾਊਂਡ ਜਿਹੜੀ ਇਕੋਨਮੀ ਹੈ ਉਹ G20 ਦੇਸ਼ਾਂ ਨੂੰ ਮਿਲਾ ਕੇ ਬਣ ਜਾਂਦੀ ਹੈ ਪੂਰੇ ਵਰਲਡ ਦੀ। ਤਾਂ ਲਗਭਗ ਸਾਰੇ ਦੁਨੀਆ ਦੇ ਦੇਸ਼ ਹੀ ਕਹਿ ਲਓ ਕਿ ਇਹਦੇ ਵਿੱਚ 20 ਦੇਸ਼ਾਂ 'ਚ ਕਵਰ ਕਰੇ ਪਏ ਨੇ। ਤਾਂ 2 ਦਿਨਾਂ ਦਾ G20 ਫਾਈਨਾਂਸ ਮਿਨਿਸਟਰਸ ਦਾ ਤੇ ਜਿਹੜੇ ਸੈਂਟਰਲ ਬੈਂਕ ਦੇ ਗਵਰਨਰ ਨੇ, ਜਿਵੇਂ ਸਾਡੇ ਫਾਈਨਾਂਸ ਮਿਨਿਸਟਰ ਕੌਣ ਨੇ, ਨਿਰਮਲਾ ਸੀਤਾਰਮਨ, ਤੇ ਜਿਹੜੇ ਸਾਡੇ ਸੈਂਟਰਲ ਬੈਂਕ ਕਿਹੜਾ ਆਰਬੀਆਈ ਦੇ ਗਵਰਨਰ ਲਾ ਲਓ, ਉਹ ਦੋਨੋਂ ਯਾਨੀ ਕਿ ਉਹਨਾਂ ਨੂੰ ਬੁਲਾਇਆ ਗਿਆ ਸਾਡੇ ਵੱਲੋਂ। ਇਹ ਦੋ ਐਵੇਂ ਜਿਹੜੇ G20 ਦੇਸ਼ 'ਚ ਆਉਂਦੇ ਨੇ, ਹਰ ਇੱਕ ਦਾ ਫਾਈਨਾਂਸ ਮਿਨਿਸਟਰ ਤੇ ਹਰ ਇੱਕ ਦਾ ਇਹਨਾਂ ਦਾ ਜਕਾਰਤਾ ਜੋ ਕਿ ਇੰਡੋਨੇਸ਼ੀਆ ਦਾ ਸ਼ਹਿਰ ਹੈ ਉੱਥੇ ਹੋਸਟ ਕੀਤੀ ਗਈ ਇਹ, ਕਿਉਂਕਿ ਇਸ ਵਾਰ ਦਾ ਜਿਹੜਾ G20 ਸੀਗਾ ਸਮਿਟ ਉਹ ਹੋਇਆ ਕਿੱਥੇ, G20 ਦਾ ਸਾਰਾ ਸੰਮੇਲਨ ਉਹ ਹੋਇਆਗਾ ਇੰਡੋਨੇਸ਼ੀਆ 'ਚ। ਅਗਲੀ ਵਾਰ ਤਾਂ ਸਾਡੇ ਇੱਥੇ ਹੋ ਰਿਹਾ। ਆਪਾਂ ਪਿਛਲੀ ਵੀਡੀਓ 'ਚ ਜ਼ਿਕਰ ਵੀ ਕਰਿਆ ਸੀ ਇਸ ਗੱਲ ਦਾ ਕਿ ਕੌਣ ਉਹਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਕਰ ਰਿਹਾ ਹੈ, ਵਿੱਚ ਕਿਹਨੂੰ ਇਨਕਲੂਡ ਕੀਤਾ ਗਿਆ, ਸ਼ੇਰਪਾ ਕੌਣ ਹੈ G20 ਦੇ, ਸਾਰੀਆਂ ਚੀਜ਼ਾਂ ਆਪਾਂ ਪਿਛਲੇ ਲੈਕਚਰ 'ਚ ਕਵਰ ਕਰ ਚੁੱਕੇ ਹਾਂ, ਤੁਸੀਂ ਉੱਥੇ ਸੁਣ ਸਕਦੇ ਹੋ ਵਾਪਸ ਜਾ ਕੇ। ਤਾਂ ਇਹਦੇ ਵਿੱਚ ਮਤਲਬ ਇਹਨਾਂ ਨੇ ਇਹ ਸਕੀਮ ਨੂੰ ਲਿਆਂਦਾ ਕਿ ਸਸਟੇਨੇਬਲ ਇੰਟਰਨੈਸ਼ਨਲ ਫਾਈਨੈਂਸ਼ਿੰਗ ਸਕੀਮ। ਜਿਹੜੀ ਫਾਈਨੈਂਸ਼ਿੰਗ ਸਕੀਮ ਹੈ ਮਤਲਬ ਇੰਟਰਨੈਸ਼ਨਲ ਲੈਵਲ ਤੇ ਲੈਣ ਦੇਣ ਹੁੰਦਾ ਹੈ, ਉਹਨੂੰ ਸਸਟੇਨੇਬਲ ਬਣਾਇਆ ਜਾਵੇ ਤਾਂ ਕਿ ਤੁਸੀਂ ਫਿਊਚਰ ਪੈਂਡੈਮਿਕ ਕੋਈ ਇਹੋ ਜਿਹਾ ਆਉਂਦਾ ਜਿਹੋ ਜਿਹਾ ਹੁਣ ਆ ਗਿਆ ਸੀਗਾ, ਇਹੋ ਜਿਹੇ ਕੇਸਿਸ ਦੇ ਵਿੱਚ ਕਿਵੇਂ ਉਹਨੂੰ ਸੌਖਾ ਕਰਿਆ ਜਾ ਸਕਦਾ ਕਿ ਲੋਕਾਂ ਨੂੰ ਜਿਹੜੇ ਡਿਵੈਲਪਿੰਗ ਨੇਸ਼ਨਸ ਨੇ ਉਹ ਬਹੁਤੇ ਇਸ ਚੀਜ਼ ਤੋਂ ਇਫੈਕਟ ਨਾ ਹੋਣ। ਤਾਂ ਇਹਦੇ ਵਿੱਚ ਸਾਰੀ ਡਿਸਕਸ਼ਨ ਹੋਈ ਇਸ ਚੀਜ਼ ਨੂੰ ਲੈ ਕੇ। ਬੇਸਿਕਲੀ ਤਾਂ ਕਿਸੇ ਨੇ ਨਹੀਂ ਪੁੱਛਣੀ, ਆਹ ਪਤਾ ਹੋਣਾ ਚਾਹੀਦਾ ਕਿ ਕਿਹਦਾ ਸੀ ਇਹ ਫਾਈਨੈਂਸ਼ਿੰਗ ਸਕੀਮ, ਕਿੱਥੇ ਹੋਈ, ਜਕਾਰਤਾ ਦੇ ਵਿੱਚ। ਆਹ 2-3 ਗੱਲਾਂ ਤੁਹਾਨੂੰ ਕਲੀਅਰ ਹੋਣ। ਅੱਗੇ ਆ ਜਾਓ। ਵਿਚ ਇਜ਼ ਦਾ ਫਸਟ ਕੰਟਰੀ ਆਊਟਸਾਈਡ ਇੰਡੀਆ ਟੂ ਅਡਾਪਟ ਇੰਡੀਆਜ਼ UPI ਸਿਸਟਮ। ਮੋਸਟ ਇੰਪੋਰਟੈਂਟ ਕੁਐਸਚਨ। यूनिफाइड पेमेंट इंटरफेस, ठीक है, यूनिफाइड पेमेंट इंटरफेस UPI ਦੀ फुल फॉर्म बहुत मस्ट है, क्लीयर होवे। पेपर वाले इन्ने कन्फ्यूज करते हैं, किते यूनीवर्सल लिख देंगे ने, किते कुछ लिख देंगे ने, ठीक है। तो यूनीफाइड तुहानूं पता होवे कि पेमेंट इंटरफेस UPI ਦੀ फुल फॉर्म है। मैनूं नहीं लगता कि मैनूं UPI ਦੀ तुहानूं इंट्रोडक्शन देने की लोड़ है, क्योंकि UPI अजकल हर कोई वरत रहा है, ठीक है। तो पहला ਭਾਰਤ ਤੋਂ ਇਲਾਵਾ ਬਾਹਰਲਾ ਦੇਸ਼ ਜਿਹਨੇ UPI ਅਡਾਪਟ ਕੀਤਾ ਉਹ ਕਿਹੜਾ ਹੈਗਾ? ਨੇਪਾਲ। ਅਕਸਰ ਅਸੀਂ ਆਪਣੇ ਗੁਆਂਢੀ ਦੇਸ਼ ਉਹਨਾਂ ਦੀ ਮਦਦ ਕਰ ਰਹੇ ਹਾਂ ਇਸ ਚੀਜ਼ ਨੂੰ ਡਿਵੈਲਪ ਕਰਨ ਦੇ ਵਿੱਚ, ਠੀਕ ਹੈ। ਬੰਗਲਾਦੇਸ਼ ਦੇ ਵਿੱਚ ਵੀ ਕੰਮ ਚੱਲ ਰਿਹਾ, ਉਹਨਾਂ ਨੂੰ ਵੀ ਅਸੀਂ ਉਹਨਾਂ ਦਾ ਡਿਵੈਲਪ ਕਰਕੇ ਦੇ ਰਹੇ ਹਾਂ ਇਹੋ ਜਿਹਾ ਸਿਸਟਮ ਜਿਹੋ ਜਿਹਾ ਸਾਡੇ ਇੱਥੇ ਹੈ। NPCI ਦੇਖੋ ਸੰਸਥਾ ਹੈਗੀ ਜਿਹਨੇ ਇਹ ਬਣਾਇਆ ਸੀ, ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ। ਇਹਦੀ ਹੀ ਇਹ ਸਾਰੀ ਦੇਣ ਹੈ UPI ਐਂਡ ਆਲ ਜਿਹੜੀਆਂ ਚੀਜ਼ਾਂ ਅੱਜ ਕੱਲ੍ਹ ਆਪਾਂ ਇਹ ਯੂਜ਼ ਕਰ ਪਾ ਰਹੇ ਹਾਂ। ਤਾਂ ਨੇਪਾਲ ਦੇ ਵਿੱਚ ਐਜ਼ ਵੈਲ ਐਜ਼ ਬੰਗਲਾਦੇਸ਼ ਦੇ ਵਿੱਚ ਵੀ ਇਹ ਕੋਸ਼ਿਸ਼ ਚੱਲ ਰਹੀ ਹੈ। ਨੇਪਾਲ ਦੇ ਵਿੱਚ ਇਹ ਪਹਿਲੀ ਕੰਟਰੀ ਜਿਹਨੇ ਅਡਾਪਟ ਕਰ ਲਿਆ। ਤਾਂ ਇਹ ਕੁਐਸਚਨ ਕਾਫੀ ਮਹੱਤਵਪੂਰਨ ਕੁਐਸਚਨ ਬਣ ਜਾਂਦਾ ਸਾਡੇ ਵਾਸਤੇ, ਤਾਂ ਇਹਨੂੰ ਜ਼ਰੂਰ ਨੋਟ ਰੱਖਿਓ। ਅੱਗੇ ਕਿਹੜੀ ਕੰਟਰੀ ਹੈ ਹੈਜ਼ ਨਾਟ ਸੈਂਟ ਇਟਸ ਡੈਲੀਗੇਸ਼ਨ ਟੂ ਦਾ ਮੁਨਿਕ ਸਿਕਿਉਰਿਟੀ ਕਾਨਫਰੰਸ 2022। ਦੇਖੋ ਮਿਊਨਿਕ ਜਿਹੜਾ ਹੈਗਾ ਨਾ ਸਿਕਿਉਰਿਟੀ ਕਾਨਫਰੰਸ ਇੱਕ ਐਨੂਅਲ ਹਰ ਸਾਲ ਹੋਣ ਵਾਲਾ ਇਵੈਂਟ ਸੀ ਜਿੱਥੇ ਵਰਲਡ ਲੀਡਰ ਇਕੱਠੇ ਹੁੰਦੇ ਨੇ। ਇੰਟਰਨੈਸ਼ਨਲ ਸਿਕਿਉਰਿਟੀ, ਅੰਤਰਰਾਸ਼ਟਰੀ ਪੱਧਰ ਤੇ ਸਿਕਿਉਰਿਟੀ ਨੂੰ ਲੈ ਕੇ ਪਾਲਿਸੀਆਂ ਬਣਦੀਆਂ ਨੇ, ਉਹਦੇ ਤੇ ਗੱਲ ਹੁੰਦੀ ਹੈ। ਮਿਊਨਿਕ ਸ਼ਹਿਰ ਜਿਹੜਾ ਹੈਗਾ ਇਹ ਜਰਮਨ ਦਾ ਸ਼ਹਿਰ ਹੈ, ਜਰਮਨ ਦੇ ਵਿੱਚ ਪੈਂਦਾ ਹੈ। 1963 ਤੋਂ ਹੀ ਇਹ ਹੁੰਦਾ ਆ ਰਿਹਾ ਹਰ ਸਾਲ। ਇਸ ਵਾਰ ਜਿਹੜਾ ਹੋਇਆ 18 ਫਰਵਰੀ 2022 ਨੂੰ ਹੋਇਆ। ਨਿਊਜ਼ 'ਚ ਤਾਂ ਆ ਗਿਆ ਕਿਉਂਕਿ ਰਸ਼ੀਆ ਤੇ ਯੂਕਰੇਨ ਦੀ ਲੜਾਈ ਚੱਲ ਰਹੀ ਹੈ। ਹੁਣ ਜੇ ਰਸ਼ੀਆ ਉੱਥੇ ਜਾ ਕੇ ਪਾਰਟਿਸਿਪੇਟ ਕਰਦਾ ਤਾਂ ਰਸ਼ੀਆ ਨੂੰ ਸਭ ਨੇ ਗਾਲਾਂ ਕੱਢਣੀਆਂ ਸੀ ਵੀ ਤੁਸੀਂ ਕਰ ਕੀ ਰਹੇ ਹੋ ਯੂਕਰੇਨ ਦੇ ਵਿੱਚ, ਆ ਕੀ ਕੀਤਾ ਹੋਇਆ, ਤੁਸੀਂ ਇੰਟਰਨੈਸ਼ਨਲ ਪੀਸ ਨੂੰ ਖਰਾਬ ਕਰ ਰਹੇ ਹੋ, ਅੰਤਰਰਾਸ਼ਟਰੀ ਸ਼ਾਂਤੀ ਨੂੰ। ਇਸ ਕਰਕੇ ਰਸ਼ੀਆ ਨੇ ਇਹਦੇ ਵਿੱਚ ਪਾਰਟਿਸਿਪੇਟ ਨਹੀਂ ਕੀਤਾ। ਤਾਂ ਇਹ ਕੁਐਸਚਨ ਇਸੇ ਕਰਕੇ ਇਹ ਨਿਊਜ਼ 'ਚ ਆਇਆ ਮਿਊਨਿਕ ਕਾਨਫਰੰਸ ਤੇ ਕਿਹਨੇ ਨਹੀਂ ਪਾਰਟਿਸਿਪੇਟ ਕੀਤਾ? ਰਸ਼ੀਆ। ਮੈਨੂੰ ਨਹੀਂ ਲੱਗਦਾ ਕਿ ਯਾਦ ਕਰਨਾ ਬੜਾ ਔਖਾ ਇਸ ਕੁਐਸਚਨ ਨੂੰ, ਕਿਉਂਕਿ ਇਹ ਜਦੋਂ ਹੈ ਹੀ ਨਿਊਜ਼ 'ਚ ਤਾਂ ਕੌਣ ਨਹੀਂ ਕਰੂਗਾ। ਜੇ ਆਪਾਂ ਨੂੰ ਰੀਜ਼ਨ ਪਤਾ ਤਾਂ ਬੜੇ ਆਸਾਨੀ ਨਾਲ ਯਾਦ ਰਹਿ ਸਕਦਾ। ਏਸ਼ੀਆ ਦਾ ਸਭ ਤੋਂ ਵੱਡਾ ਬਾਇਓ CNG ਪਲਾਂਟ ਇਨੋਗਰੇਟ ਕੀਤਾ ਗਿਆ ਹੈ ਕਿਹੜੇ ਸੂਬੇ ਦੇ ਵਿੱਚ? ਇਹ ਕੀਤਾ ਗਿਆ ਜੀ ਮੱਧ ਪ੍ਰਦੇਸ਼ ਦੇ ਵਿੱਚ। ਮੱਧ ਪ੍ਰਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨੇ ਵਰਚੁਅਲੀ, ਮਤਲਬ ਜਾ ਕੇ ਨਹੀਂ, ਜਿਵੇਂ ਉਹ ਤੁਸੀਂ ਕਹਿ ਲਓ ਕਿ ਲਾਈਵ ਟੈਲੀਕਾਸਟ ਦੇ ਥਰੂ ਕੀਤਾ, ਵਰਚੁਅਲੀ ਇਨੋਗਰੇਟ ਕੀਤਾ ਬਾਇਓ CNG ਪਲਾਂਟ। ਕਿੱਥੇ? ਮੱਧ ਪ੍ਰਦੇਸ਼ 'ਚ। ਇੰਪੋਰਟੈਂਟ ਕੁਐਸਚਨ ਹੈ। ਇੰਦੌਰ ਦੇ ਵਿੱਚ ਕੀਤਾ। ਬੇਸਿਕਲੀ ਇੰਦੌਰ ਮੱਧ ਪ੍ਰਦੇਸ਼ ਦੇ ਵਿੱਚ ਹੀ ਪੈਂਦਾ। ਇਹੋ ਜਿਹਾ ਕੁਐਸਚਨ ਪੁੱਛ ਰਹੇ ਨੇ ਅੱਜ ਕੱਲ੍ਹ ਪੇਪਰ
कि कोई पहली चीज़ भारत दे विच होई है, कित्थे होई है, शहर का नाम भी पूछ सकते हैं, स्टेट का नाम भी पूछ सकते हैं। तो ये क्वेश्चनों तो तुसीं थोड़ा जिहा सतर्क रहो, इहो जिहे क्वेश्चन जरूर 2-3 बार आपां गो थ्रू होना है इन्हां दे, क्योंकि इहो जिहे क्वेश्चन पूछे जा रहे हैं। बाकी तो कोई बड़ी खास इह 'च है नहीं कि 550 मैट्रिक टन इहदी कैपेसिटी होगी, ये आपां नूं कोई नहीं पुछण लग्या। सिर्फ इन्ना ध्यान रखियो कि किहड़ा सिटी है तो किहड़ा सूबा जिथे ये लाया गया। अगे आ जाओ, किहड़ी साउथ अमेरिका की कंट्री है, यानी कि दक्षिणी अमरीका की, जिन्हें हुणे हुणे हिट किया बाय टोरेंशियल रेन्स रिजल्टिंग इन द डेडली फ्लड्स एंड लैंडस्लाइड्स। ब्राज़ील दे विच बड़े बुरा तूफान आया, ठीक है, लैंडस्लाइड्स भी बहुत सारियां होईयां। तो वो देश ब्राज़ील है, ब्राज़ील दे विच होया, जिहदे विच काफ़ी लोग मारे गए, इहदे विच सुनन दे विच आया, ठीक है। कारण की सी? कारण सी इहदा ला नीना, ठीक है, ला नीना भूगोल का जोग्राफी का कंसैप्ट है, जोग्राफी के विच आपां पढ़ते हैं एल नीना ते ला नीना, उत्थे करांगे। इत्थे तो मैं ला नीना नहीं समझाउण जा रहा, क्योंकि अपने आप दे विच फिर तो ला नीना दी लैक्चर हो जाऊगा, करंट अफेयर तो साइड ते रह जाणगे। तां कारण पता होवे कि ला नीना सी ते किहड़ा देश है साउथ अमेरिका का? ब्राज़ील, जिहड़ा कि बुरी तरह अफेक्ट होया। अगे आ जाओ, किहड़ा मंत्रालय है जिन्हें लाभार्थियों से रूबरू, लाभार्थियों मतलब जिन्होंने उस स्कीम का लाभ लिया उन्होंने दे रूबरू नाम का एक इनीशिएटिव शुरू किया, तो यह है महुआ, महुआ यानी कि मिनिस्ट्री ऑफ हाउसिंग एंड अर्बन अफेयर्स, उन्होंने यह इनीशिएटिव किया। मेन किन्ना दे वास्ते सी? प्रधानमंत्री आवास योजना अर्बन। पहला भी गल हुई सी इहदे ते, जे अर्बन वाली आ गई तो महुआ इनू इंप्लीमेंट करती है, लागू करन लगी हुई है। रूरल वाली प्रधानमंत्री आवास योजना आ गई तो उहदे लई रूरल मिनिस्ट्री है जिहड़ी इनू इंप्लीमेंट कर रही है। तो ये वाला जिहड़ा मेरे कोले हैगा लाभार्थियों से रूबरू इनीशिएटिव, किहदा गा? मिनिस्ट्री ऑफ हाउसिंग ते अर्बन अफेयर दा, जिहड़ी साडी आवास ते शहरी मामलिਆਂ वाला मंत्रालय है, उहदा यह इनीशिएटिव है, उन्हें यह पहल कदमी की है। अगे आ जाओ, किहड़ी कंट्री है जिन्हें स्क्रैप करता गोल्डन वीज़ा रूट? इंपॉर्टेंट क्वेश्चन है। गोल्डन वीज़ा रूट हुणे हुणे गोल्डन वीज़ा रूट च हुंदा की सी? जिहड़े बहुते अमीर बंदे ने ना, ओह गोल्डन वीज़ा रूट के थ्रू उस जिहड़े कंट्री का इत्थे जिक्र हो रहा उस कंट्री दे विच जाके इन्वेस्ट कर सकते सीगे, निवेश कर सकते सीगे, ते उन्हां नूं उहदे बिहाफ ते वीज़ा मिल जांदा सी भी तुसीं साडे देश च आके लओ जी 10 मिलियन निवेश करन लगे हो, असीं तुहानूं वीज़ा दिंदे आओ साडे देश च इन्वेस्टमेंट करो। एक कंसैप्ट सीगा गोल्डन वीज़ा रूट वाला यूके का, यानी कि तुसीं कह सकते हो इंग्लैंड का, बेसिकली ब्रिटेन यूके का सीगा। तां उन्होंने हुण इह स्क्रैप करता, ये बड़ा हुण इस तहत कोई वीज़ा नहीं दिता जाऊगा किसी भी बंदे नूं, ठीक है। जो कोई नवां लैके आउणगे उदों आपां देखांगे कि की हुंदा की नहीं। लो जी, यूके की होम सैकटरी है जिन्होंने यह अनाउंसमेंट की है। इंपॉर्टेंट सवाल बन सकता क्योंकि ये भारतीय मूल की है, प्रीति पटेल। यूके की होम सैकटरी कौन है? प्रीति पटेल, ध्यान च रखियो, इंपॉर्टेंट है, ठीक है। प्रीति पटेल नाम है होम सैकटरी का। ਇਹੋ ਜਿਹਾ सवाल भी पेपर च बन जाता, कोई भी ਜਿਹੜਾ ਬਾਹਰਲੇ मुल्क ਦੇ ਵਿੱਚ ਭਾਰਤੀ मूल निवासी ਜਾਂ ਭਾਰਤ ਦਾ ਜਿਹੜਾ ਕੋਈ थोड़ा बहुत लिंक भी भारत ਨਾਲ जुड़दा ਹੋਊਗਾ ਉਹਦਾ ਉਹ ਉਸ ਉੱਚੀ ਪਦਵੀ ਤੇ ਬੈਠ ਜਾਂਦਾ ਤਾਂ ਉਹਦਾ सवाल बनना लाजमी है। ਅੱਗੇ आ जाओ, ਫਾਕਲੈਂਡ ਆਈਲੈਂਡਸ, ਇਹ बहुत न्यूज़ च रहे ने पिछे जे। ਇਹ ਕਿਹੜੇ ਕਿਹੜੇ ਦੋ ਦੇਸ਼ਾਂ ਦੇ ਵਿੱਚ ਆਪਸੀ ਲੜਾਈ ਹੈ? ਇਹ अर्जेंटीना ते यूके दे विच लड़ाई है, ठीक है। एट प्रेजेंट फॉकलैंड आइलैंड के उत्ते कब्जा कीदा यूके का, अर्जेंटीना क्लेम करता भी ये साडा है। न्यूज़ च तां आ गया, चाइना दे नाल देखो इन्हां दे अमेरिका के जिन्ने अलाइज ने, अमेरिका के साथी ने, वो चाइना के खिलाफ कोई ना कोई टिप्पणियां करते रहते हैं, फिर चाइना भी मुड़ जवाब दिंदा है। तो चाइना ने भी फॉकलैंड आइलैंड नूं लैके जिहड़ी अर्जेंटीना बार बार क्लेम करता है, वो क्लेम नूं हामी भरी भी हाँ अर्जेंटीना का ही ये हक बनता, क्योंकि असल दे विचों टॉन्ट किहनूं करना चाहुंदे सी? यूके नूं, जिहड़ा अक्सर चाइना दे उत्ते कोई ना कोई ब्लेम करता रहता है। इसे करके न्यूज़ दे विच आ गए। तो याद रखियो कि टैरेटरी यूके दी है एट प्रेजेंट, जिहदा इहदे ते कब्जा है, पर डिस्प्यूटेड लैंड किहदे किहदे च? अर्जेंटीना ते यूके दे विच है। उम्मीद है गल क्लीयर होगी होगी। साउथ अटलांटिक ओशियन च हैगी है यह जगह जिहड़ी पैंदी है। लो जी अगे चलते हैं। इंडिया ने CEPA सिपा यानी कि कॉम्प्रीहेंसिव इकनॉमिक पार्टनरशिप एग्रीमेंट किहड़े देश दे नाल साइन किया है? मोस्ट इंपॉर्टेंट क्वेश्चन,
ध्यान च रखियो इंडिया ने UAE दे नाल अरबन अरब अमीरात दे नाल ये साइन किया रीसेंटली सीपा की फुल फॉर्म पूछी जा सकती है, कॉम्प्रीहेंसिव इकोनॉमिक पार्टनरशिप एग्रीमेंट। मेनली की होगा ट्रेड दे लई है, एक्सपोर्ट ते इंपोर्ट्स दे लई है, ठीक है। दोनों कंट्रियों के विच इहनूं किवें सुखाला किया जा सकता, ठीक है, बिना ड्यूटी। मेनली ज्वैलरी नूं लैके है क्योंकि UAE तो साडी ज्वैलरी बहुत आउंदी है, हीरे जवाहरात, उहदे ड्यूटी फ्री किवें किया जा सकता, घट तो घट टैक्स लगे, ये सारियां चीज़ां नूं लैके ये सीपा दे अंडर जिक्र आया। मेनली तो एक्सपोर्ट इंपोर्ट है, व्यापार नूं लैके आया ये जिहड़ा समझौता होयागा। अगे आ जाओ, इंटर ऑपरेबल क्रिमिनल जस्टिस सिस्टम। इंटर ऑपरेबल क्रिमिनल जस्टिस सिस्टम किहड़ी मिनिस्ट्री नाल रिलेटेड है या किहड़ी मिनिस्ट्री इहदे लई जिम्मेवार है, संबंधित किहड़ी है? तो वो हैगी जिहड़ी साडी समाजिक न्याय या शक्तिकरण, यानी नहीं समाजिक न्याय की होएगी होम अफेयर मिनिस्ट्री, ठीक है, जिन्हों असीं की कह सकते हैं गृह मंत्रालय। गृह मंत्रालय जिहड़ा है वो इहदे लई यानी कि जिम्मेवार है। तां है की है बेसिकली इहदे अंडर भी आपां देख लैंदे आ। एक प्रोजैक्ट है इंटर ऑपरेबल क्रिमिनल जस्टिस सिस्टम, ਇਹਦੀ बड़ी लोड़ आ साडे देश दे विच, ठीक है। IT सिस्टम नूं इंटीग्रेट किया जाए, मतलब जिवें हुण मुद्दा चल रहा सिद्धू मूसेवाले दे मर्डर केस नूं लैके, इहदे विच तुसीं देखो कि किन्ने सूबियां दे जिहड़े क्रिमिनल ने वो इनवॉल्वड ने। ਇਹਦੇ ਲਈ एक ਇਹੋ ਜਿਹਾ प्लेटफॉर्म होना चाहिए ਜਿਹੜੇ प्लेटफॉर्म तो ये सारे सूबे ਦੀਆਂ पुलिस इकट्ठी होकर कोई एक उपराला कर सकन ताकि ਇਹੋ ਜਿਹੇ क्रिमिनल्स ਨੂੰ फड़िया जा सके। तो ये भी ਉਹਦੇ ਵਿੱਚੋਂ एक पहल कदमी हुई है, वैसे चल तो ऑलरेडी पुराना रहा। इंटरऑपरेबल है यानी कि दूजे सूबਿਆਂ ਦੇ ਲਈ भी एक ਇਹੋ ਜਿਹਾ डाटाबेस हो, सब ਦੇ ਲਈ एक्सेसिबल होगा, सारे ਇਹਨੂੰ यूज़ कर सकते होणगे। ਅੱਗੇ ਚੱਲਦੇ ਹਾਂ, राष्ट्रीय उच्चतर शिक्षा अभियान रूसा स्कीम। रूसा स्कीम केंद्र ने चलाई सी। मेन मोटिव ਇਹਦਾ ਕੀ है? मेन मोटिव ਇਹ ਸੀਗਾ कि ਜਿਹੜੇ ਉੱਚ ਸਿੱਖਿਆ ਵਾਲੇ ਸੰਸਥਾਨ ਨੇ, ਯੂਨੀਵਰਸਿਟੀਆਂ ਨੇ ਜਾਂ ਕਾਲਜ ਨੇ, ਉਹਨਾਂ ਨੂੰ ਗ੍ਰਾਂਟ ਦੇਣੀ ਤਾਂ ਕਿ ਉਹ ਰਿਸਰਚ ਤੇ ਡਿਵੈਲਪਮੈਂਟ ਦੇ ਫੀਲਡ ਦੇ ਵਿੱਚ ਕੋਈ ਨਵੇਂ ਪ੍ਰੋਜੈਕਟ ਲਿਆਉਣ। ਇਹਦੇ ਤਹਿਤ ਵੱਖਰੀਆਂ ਵੱਖਰੀਆਂ ਯੂਨੀਵਰਸਿਟੀਆਂ ਨੂੰ ਗ੍ਰਾਂਟਾਂ ਵੰਡੀਆਂ ਗਈਆਂ ਤੇ ਉੱਥੋਂ ਦੇ ਟੀਚਰ ਅਧਿਆਪਕਾਂ ਨੇ ਜਾਂ ਪ੍ਰੋਫੈਸਰਾਂ ਨੇ ਆਪਣੇ ਆਪਣੇ ਪ੍ਰੋਜੈਕਟ ਦਿੱਤੇ ਵੀ ਅਸੀਂ ਆਹ ਪ੍ਰੋਜੈਕਟ ਤੇ ਕੰਮ ਕਰਨਾ ਚਾਹੁੰਦੇ ਆ। ਉਹ ਪ੍ਰੋਜੈਕਟਾਂ ਨੂੰ ਦੇਖੋ ਉਹਦਾ ਸਾਰਾ ਕੁਝ ਹੋਇਆ ਪ੍ਰੋਪਰ, ਦਿੱਲੀ ਜਾਂ IITs ਨੇ ਉਹਦਾ ਕੀਤਾ ਵੀ ਹਾਂ ਐਕਸਪਲੋਰ ਕੀਤਾ ਵੀ ਵਾਕਈ ਇਹ ਪੋਸੀਬਲ ਹੈਗੇ ਨੇ ਨਹੀਂ ਹੈਗੇ ਨੇ। ਉਸ ਤੋਂ ਬਾਅਦ ਗ੍ਰਾਂਟ ਉਹਨਾਂ ਨੂੰ ਅਸਾਈਨ ਕੀਤੀ ਗਈ ਵੀ ਹਾਂ ਗ੍ਰਾਂਟ ਦਿੱਤੀ ਗਈ। ਆਹ ਸਾਰੀ ਇਸ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਦੇ ਤਹਿਤ ਹੋਇਆ ਤੇ ਇਹ ਸਕੀਮ ਹੁਣ ਅੱਗੇ 2026 ਤੱਕ ਕੰਟੀਨਿਊ ਕਰਤੀ ਸਰਕਾਰ ਨੇ ਕਿ ਅੱਗੇ ਫਰਦਰ ਵੀ ਚੱਲੂਗੀ, ਠੀਕ ਹੈ। ਤਾਂ ਇਹ ਇੰਪੋਰਟੈਂਟ ਆਪਣੇ ਆਪ ਦੇ ਵਿੱਚ ਇਹ ਸਕੀਮ ਤਾਂ ਧਿਆਨ ਦੇ ਵਿੱਚ ਰੱਖਿਓ। ਫੁੱਲ ਫਾਰਮ ਵੀ ਪੁੱਛ ਸਕਦੇ ਨੇ ਤੇ ਸਕੀਮ ਦਾ ਮੋਟਿਵ ਕੀ ਹੈ ਇਹ ਵੀ ਪੁੱਛਿਆ ਜਾ ਸਕਦਾ। ਆਰੋਹਨ ਨਾਮ ਦਾ ਪ੍ਰੋਜੈਕਟ ਹੈ, ਮੈਂਟਰਸ਼ਿਪ ਪ੍ਰੋਗਰਾਮ ਹੈ। ਕਿਹੜੇ ਭਾਰਤੀ ਸੂਬੇ ਦੇ ਵਿੱਚ ਇਹ ਚੱਲ ਰਿਹਾ? ਅਸਾਮ ਦੇ ਵਿੱਚ। ਕੀ ਆ ਆਰੋਹਨ ਦੇ ਅੰਡਰ ਦੇਖ ਲੈਂਦੇ ਆਪਾਂ। ਦੇਖੋ ਇਹਦਾ ਏਮ ਕੀ ਹੈ? ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਮੈਂਟਰ ਕਰਨਾ, ਉਹਨਾਂ ਦੀ ਮਦਦ ਕਰਨਾ ਤਾਂ ਕਿ ਉਹ ਆਪਣੇ ਸਕਿੱਲਸ ਨੂੰ ਡਿਵੈਲਪ ਕਰ ਸਕਣ, ਆਪਣੇ ਆਪ ਨੂੰ ਕਿੱਤਾ ਮੁਖੀ ਬਣਾ ਸਕਣ। ਉਹ ਹਰ ਇੱਕ ਦੇ ਅੰਦਰ ਕੀ ਸਕਿੱਲ ਹੈ ਉਹਨੂੰ ਪਹਿਚਾਣ ਕੇ ਉਸ ਸਕਿੱਲ ਨੂੰ ਮਤਲਬ ਤੁਸੀਂ ਕਹ ਲਓ ਪੋਲਿਸ਼ ਕੀਤਾ ਜਾਵੇ, ਪੋਲਿਸ਼ ਕਰਕੇ ਉਹਨੂੰ ਉਸ ਫੀਲਡ ਦੇ ਵਿੱਚ ਹੀ ਕਿੱਤਾ ਮੁਖੀ ਬਣਾਇਆ ਜਾਵੇ ਵੀ ਇਹ ਉਸ ਫੀਲਡ ਦੇ ਵਿੱਚ ਆਪਣਾ ਕਿੱਤਾ ਲੈ ਸਕੇ। ਇਹ ਇਹਦਾ ਮੇਨ ਮੋਟਿਵ ਹੈ। ਮਦਦ ਇਹਦੇ ਵਿੱਚ ਕੌਣ ਕਰ ਰਿਹਾ? ਟਾਟਾ ਟਰਸਟ ਜਿਹੜਾ ਹੈਗਾ ਉਹ ਮਦਦ ਕਰ ਰਿਹਾ ਹੈ ਅਸਾਮ ਗਵਰਨਮੈਂਟ ਦੀ ਇਹਨੂੰ ਇੰਪਲੀਮੈਂਟ ਕਰਨ ਦੇ ਵਿੱਚ। ਅਸਾਮ ਦੇ ਮੁੱਖ ਮੰਤਰੀ ਕੌਣ ਨੇ ਐਟ ਪ੍ਰੈਜ਼ੈਂਟ? ਉਹ ਹੈਗੇ ਨੇ ਜੀ ਹਿਮਾਂਤਾ ਬਿਸ਼ਵਾ ਸਰਨਾ। ਇਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖਿਓ। ਟਾਟਾ ਨਾਲ ਮਦਦ ਕਰ ਰਿਹਾ ਹੈ ਕਿਹੜੇ ਪ੍ਰੋਜੈਕਟ ਦੇ ਲਈ? ਆਰੋਹਨ। ਇੰਪੋਰਟੈਂਟ ਆਰੋਹਨ ਧਿਆਨ 'ਚ ਰੱਖਿਓ। A ਫॉर ਆਰੋਹਨ, A ਫॉर ਅਸਾਮ, ਜਿੱਥੇ ਇਹ ਇੰਪਲੀਮੈਂਟ ਕੀਤਾ ਜਾ ਰਿਹਾ। ਕਿਹੜੀ ਸਟੇਟ ਨੇ ਰੀਨੇਮ ਕਰਤਾ ਇਹਦੇ ਪ੍ਰੋਫੈਸ਼ਨਲ ਐਗਜ਼ਾਮੀਨੇਸ਼ਨ ਬੋਰਡ ਨੂੰ ਵਿਆਪਮ ਇਨਟੂ ਕਰਮਚਾਰੀ ਚयन ਆਯੋਗ। ਪ੍ਰੋਫੈਸ਼ਨਲ ਐਗਜ਼ਾਮੀਨੇਸ਼ਨ ਜਿਹੜੇ ਲੈਂਦਾ ਉਹ ਬੋਰਡ ਉਹਨਾਂ ਦਾ, ਉਹਦਾ ਪਹਿਲਾ ਨਾਮ ਸੀਗਾ ਵਿਆਪਮ, ਹੁਣ ਉਹਦਾ ਨਾਮ ਬਦਲ ਕੇ ਕਰ ਦਿੱਤਾ ਗਿਆ ਕਰਮਚਾਰੀ ਚयन ਆਯੋਗ। ਕਿਹਨੇ ਕੀਤਾ? ਮੱਧ ਪ੍ਰਦੇਸ਼ ਨੇ। ਸਿੱਧਾ ਫੈਕਚੁਅਲ ਸਵਾਲ ਹੈ। ਇਹ ਵੀ ਪੁੱਛਿਆ ਜਾ ਸਕਦਾ ਕਿ ਮੱਧ ਪ੍ਰਦੇਸ਼ ਨੇ ਵਿਆਪਮ ਤੋਂ ਬਦਲ ਕੇ ਕੀ ਨਾਮ ਰੱਖਤਾ? ਤਾਂ ਨਾਮ ਰੱਖਤਾ ਕਰਮਚਾਰੀ ਚयन ਆਯੋਗ। ਕਿਹੜੇ ਸੂਬੇ ਨੇ ਕੀਤਾ? ਜਿਵੇਂ ਇੱਥੇ ਸਵਾਲ ਬਣਿਆ ਹੀ ਹੋਇਆ, ਤਾਂ ਕਿਹਨੇ ਕੀਤਾ? ਇਹ ਕੀਤਾ ਜੀ ਮੱਧ ਪ੍ਰਦੇਸ਼ ਨੇ। ਅੱਗੇ ਆ ਜਾਓ। ਅੱਗੇ ਆ ਗਈ ਕ੍ਰੀਟੋਡੈਕਟਿਲਸ।
ਐਗਜ਼ਰਸੀਟਸ, बड़ा ही अजीब जिहा नाम है। एक नवीं स्पीसीज है गीको दी। गीको की हुंदा साडे कोले? छिपकली है कोई। कित्थे लभी गई है, किहड़े सूबे च लभी गई है? ये लभी है जी मेघालय दे विच। मेघालय दे विच ये जिहड़ी ये हैगी है क्राइटो नहीं साइटो साइटोडैक्टिलस एग्जरसीटस नाम की जिहड़ी स्पीशीज है गीको दी, इनू लभ्या है मेघालय ने। नाम याद रखियो, पेपर च कई बार अं पुछणगे, नाम दे के पुछणगे कि स्पीशीज हुणी लभी गई सी, किहदी स्पीशीज आ? तां गीको दी स्पीशीज है, ध्यान च रखियो। अगे आ जाओ, केड़ा भारती PSU आ पब्लिक सैक्टर अंडरटेकिंग है जिन्हें हुणे 1000 EV चार्जिंग स्टेशनस इंडिया दे विच सैटअप कीते ने? भारत देखो इस चीज़ वाल वध रहा कि इलैक्ट्रीकल वहीकल्स चलाए जान, तो इलैक्ट्रीकल वहीकल्स वास्ते चार्जिंग स्टेशन भी तो लाने पैणगे ना, फिर उन्नी जिवें हुण पंप लगे हुए ने। तो इन्हां दे विच तुसीं दसना किहड़ी संस्था भारत की PSU आ जिन्हें हुणे 1000 इलैक्ट्रिक वहीकल चार्जिंग स्टेशन स्थापित करते ने? तो वह हैगी इंडियन ऑयल द्वारा यह इंप्लीमेंट किया जा चुका है। अपने आप च इंपॉर्टेंट है। तुहानूं पिछे दे न्यूज़ च भी सी कि जिहड़ा चंडीगढ़ तो दिल्ली वाला हाईवे है वो पहला हाईवे बन जा रहा है जिन्हों पूरा इलैक्ट्रिक वहीकल चार्जिंग स्टेशन नाल भर लगे हुए हैं भी उहदे ते सारियां फैसिलिटीज़ होणगियां। लो जी अगे चलते हैं। सवाल नंबर 175, अंडर द गारबेज फ्री सिटीज़ महुआ हैज़ अप्रूव्ड द प्रपोजल ऑफ 235 करोड़ टू विच स्टेट? गारबेज फ्री सिटीज़ के इनीशिएटिव के तहत जिहड़ी ये साडी मिनिस्ट्री है, मिनिस्ट्री ऑफ हाउसिंग एंड अर्बन अफेयर्स बड़ी, इन्हें किहड़े सूबे नूं 235 करोड़ की ग्रांट अप्रूव की है? आंध्रा प्रदेश नूं। मतलब उहदियां सिटियां नूं गारबेज फ्री बनाया जाए, इस परपज़ के लिए 235 करोड़ की ग्रांट अलॉट की गई है। ये बड़ा बेसिक जिहा क्वेश्चन है। अगे चलते हैं। मेरी पॉलिसी मेरे हाथ, इंपॉर्टेंट सवाल, न्यूज़ च रहा काफ़ी। एक कैंपेन किहड़ी स्कीम के नाल रिलेटेड है? एक कैंपेन हैगा प्रधानमंत्री फसल बीमा योजना। तुहानूं पता होगा कि प्रधानमंत्री फसल बीमा योजना वो वलंटरी स्कीम है, किसी के उत्ते थोपी नहीं गई। जिहड़ा अपने फसल का बीमा कराउणा चाहुंदा करावे, नहीं कराउणा चाहुंदा ना करावे। उहदे लई बखरे बखरे इन्हां ने वो रखे हुए ने कि तुसीं ने प्रीमियम कितना भरना, किसी का 1% है, 2.5 2% है, 3% है, लाइक दैट। तां इस दे विच एक हुणी इन्हां ने इहदे अंडर एक कैंपेन चलाया, मेरे पॉलिसी मेरे हाथ। कैंपेन का मेन मोटिव की है कि लोगों को इहदे बारे जागरूक करना कि पॉलिसी चंगी है, किस हिसाब नाल चंगी है, तुहानूं अडॉप्ट करनी चाहिए है। तो आही इहदा मेन मोटिव है। सवाल आई बनू, मेरी पॉलिसी मेरे हाथ कैंपेन न्यूज़ च सी, पुछ सकते हैं किहड़ी मिनिस्ट्री का, तो मिनिस्ट्री भी क्लीयर हो रही है फसल बीमा वाली। जो जे आप देख लीए कि किहड़ी मिनिस्ट्री के अंडर यह आउंदा, फसल बीमा योजना की जे आप गल करिए थोड़े तो मेनली तो यही कि किहड़ी अंबरेला स्कीम है जिहदे अंडर यह कैंपेन चलिया। आ ज़्यादा इंपॉर्टेंट सवाल बनता मेरे हिसाब नाल मिनिस्ट्री नालों इत्थे। तो यह किहड़े ते चलिया? फसल बीमा योजना के तहत। अगे आ जाओ, खजुराहो डांस फैसटीवल। हुण जिन्हों खजुराहो बारे नॉलेज है कि कित्थे है यह, किहदे अंडर आउंदा, ठीक है, हैरीटेज साइट्स चों एक है खजुराहो। जे तुहानूं पता तो डांस फैसटीवल फेमस इवेंट है, कित्थे होया तो दसना कोई औखा नहीं, तो मध्य प्रदेश दे विच है। तो खजुराहो तो तुसीं आंसर बड़े आराम नाल कढ सकदे सी इस चीज़ का। अगे आ जाओ, सुप्रीम कोर्ट ने स्क्रैप करता जेंडर कैप ऑन परफॉर्मेंस इन ऑर्केस्ट्रा अवार्ड्स इन विच स्टेट रीसेंटली? ये भी बड़ा न्यूज़ दे विच रहा कि जेंडर कैप कराया कि इन्हां ने महाराष्ट्र दे विच होया। बेसिकली सुप्रीम कोर्ट ने की किया कि लिमिटेड नंबर ऑफ मेल ते फीमेल परफॉर्मेंसेज इन ऑर्केस्ट्रा अवार्ड टू 4 ईच। द कोर्ट ऑल्सो सेड दैट द कैप डायरेक्टली ट्रांसग्रेसेस द फंडामेंटल राइट्स ऑफ द परफॉर्मेंस एज वेल एज द लाइसेंस ऑनर्स अंडर दिस आर्टिकल। मेनली इन्होंने की करता, महाराष्ट्र अथॉरिटीज़ ने एक वो लाई सी कंडीशन लाई सी कि नंबर ऑफ फीमेल ते जिहड़े मेल होणगे परफॉर्मर्स ऑर्केस्ट्रा दे विच 12 दे विच उत्थे जिहड़े महाराष्ट्र च चलदियां ने वो 4-4 होणगे, 4 ही मेल होने चाहिए ने, 4 ही फीमेल जिहड़े परफॉर्मर्स होणगे। इनू स्क्रैप करता सुप्रीम कोर्ट ने कि बार नाल दी नाल सुप्रीम कोर्ट च पहुँच गए इस चीज़ नूं लैके। तो उन्होंने इस चीज़ नूं जिहड़ा जेंडर कैप लाया सी भी 4 मेल 4 फीमेल, इस जेंडर कैप नूं खत्म करता। मतलब कुल मिला के जे इस चीज़ नूं लैके जेंडर कैप ऑर्केस्ट्रा इन बार्स नूं लैके क्वेश्चन बनता तो किहड़े सूबे नाल रिलेटेड है? वो हैगा महाराष्ट्र दे नाल रिलेटेड। ये गल ध्यान च रखियो। अगे आ जाओ,
ਕਹਿੰਦਾ ਕਿਹੜਾ ਨੋਕਟਰਨਲ ਪੋਲੀਨੇਟਰ ਹੈ। ਨੋਕਟਰਨਲ ਵਾਲੇ ਮੈਂ ਪਹਿਲਾਂ ਵੀ ਦੱਸਿਆ ਸੀ, ਜਿਹੜੇ ਰਾਤ ਨੂੰ ਤੁਰੇ ਫਿਰਦੇ ਨੇ, ਘੁੰਮਦੇ ਫਿਰਦੇ ਨੇ ਜੀਵ, ਉਹਨਾਂ ਨੂੰ ਨੋਕਟਰਨਲ ਬੋਲਿਆ ਜਾਂਦਾ। ਉਹ ਫਾਊਂਡ ਹੋਇਆ ਟੂ ਹੈਵ ਵਾਈਟਲ ਰੋਲ ਇਨ ਪੋਲੀਨੇਸ਼ਨ ਇਨ ਹਿਮਾਲਿਆ ਇਕੋਸਿਸਟਮ। ਪੋਲੀਨੇਸ਼ਨ ਦਾ ਕੀ ਰੋਲ ਹੋਇਆ ਜੀ? ਫਰੂਟ ਬਣਨ ਵਾਸਤੇ ਤੁਹਾਨੂੰ ਪਤਾ ਕਿ ਪੋਲੀਨੇਸ਼ਨ ਹੋਣੀ ਬਹੁਤ ਜ਼ਰੂਰੀ ਹੈ, ਠੀਕ ਹੈ। ਮਤਲਬ ਕਿ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਆਪਾਂ ਨੂੰ ਵੈਸੇ ਪਤਾ ਹੀ ਹੋਏਗਾ ਤੁਹਾਨੂੰ ਕਿ ਜਿਵੇਂ ਜਿਹੜੇ ਆਪਣੇ ਕੋਲੇ ਫੁੱਲ ਬਣਦੇ ਨੇ ਜਾਂ ਬਣਦਾ ਹੈ ਤਾਂ ਉਹਦੇ ਲਈ ਪੋਲੀਨੇਸ਼ਨ ਹੋਣੀ ਜ਼ਰੂਰੀ ਹੈ। ਜਿਵੇਂ ਰੀਪਰੋਡਕਸ਼ਨ ਦਾ ਪ੍ਰੋਸੈਸ ਹਿਊਮਨਸ ਦੇ ਵਿੱਚ ਹੁੰਦਾ, ਐਵੇਂ ਉਹਨਾਂ ਵਿੱਚ ਪੋਲੀਨੇਸ਼ਨ ਦਾ ਹੁੰਦਾ। ਉਹ ਪੋਲੀਨੇਸ਼ਨ ਕਈ ਤਰੀਕਿਆਂ ਨਾਲ ਹੁੰਦੀ ਹੈ। ਕਈ ਵਾਰ ਹਵਾ ਕਰ ਦਿੰਦੀ ਹੈ ਪੋਲੀਨੇਸ਼ਨ ਬੂਟਿਆਂ ਦੇ ਵਿੱਚ, ਕਈ ਵਾਰ ਪੋਲੀਨੇਸ਼ਨ ਜਿਹੜੇ ਹੈਗੇ ਆ ਬਰਡਸ ਕਰ ਦਿੰਦੇ ਨੇ ਉੱਡਣ ਵਾਲੇ। ਤੇ ਇਹ ਜਿਹੜੀ ਪੋਲੀਨੇਸ਼ਨ ਇੱਥੇ ਇਸ ਕੇਸ ਦੇ ਵਿੱਚ ਹੈ, ਜਿਹੜੇ ਪੋਲੀਨੇਟਰ ਰਾਤ ਨੂੰ ਘੁੰਮਣ ਵਾਲੇ ਨੇ ਉਹ ਇੰਪੋਰਟੈਂਟ ਰੋਲ ਅਦਾ ਕਰਦੇ ਨੇ। ਉਹ ਕਿਹੜੇ ਨੇ ਉਹ ਪੁੱਛਿਆ ਇਹਨਾਂ ਨੇ, ਉਹ ਹੈਗੇ ਨੇ ਮੋਥਸ। ਮੋਥਸ ਇਹ ਰੋਲ ਅਦਾ ਕਰ ਰਹੇ ਨੇ। ਪਤੰਗੇ ਜਿਹੜੇ ਆਪਣੇ ਆਮ ਘਰਾਂ ਦੇ ਵਿੱਚ ਤਿਤਲੀ ਤੋਂ ਛੋਟਾ ਜਿਹਾ ਸਾਈਜ਼ ਹੁੰਦਾ, ਮੋਥ ਜੇ ਪਤੰਗੇ ਤੁਸੀਂ ਨੇ ਦੇਖਣੇ ਹੋਣਗੇ, ਤਿਤਲੀ ਤੋਂ ਛੋਟਾ ਸਾਈਜ਼ ਹੋਊਗਾ, ਆਮ ਹੀ ਘਰਾਂ ਦੇ ਵਿੱਚ ਉੱਡੇ ਫਿਰਦੇ ਨੇ, ਕਹਿੰਦੇ ਕਿਸੇ ਨੂੰ ਕੁਝ ਨਹੀਂ, ਇੱਕ ਜਗ੍ਹਾ ਤੇ ਬੈਠ ਜਾਂਦੇ ਨੇ, ਉੱਥੇ ਉਡਾਉਣੇ ਹੀ ਪੈਂਦੇ ਨੇ ਵਿਚਾਰੇ, ਠੀਕ ਆ। ਉਹ ਰੋਲ ਅਦਾ ਕਰ ਰਹੇ ਨੇ ਜਿਹੜੇ ਰਾਤ ਨੂੰ ਬਹੁਤ ਐਕਟਿਵ ਹੁੰਦੇ ਨੇ ਬੇਸਿਕਲੀ। ਤਾਂ ਇਹ ਕੁਐਸਚਨ ਇਹਦੇ ਰਿਲੇਟਡ ਸੀ, ਧਿਆਨ 'ਚ ਰੱਖਿਓ। ਅੱਗੇ ਆ ਜਾਓ ਜੀ ਅੱਜ ਦੇ ਆਪਣੇ ਆਖਰੀ ਸਵਾਲ ਤੇ। ਕਿਹੜੀ ਸਿਟੀ ਹੈ ਭਾਰਤ ਦੀ ਸ਼ਹਿਰ ਹੈ ਜਿਹਨੂੰ ਇਲੈਕਟ ਕੀਤਾ ਗਿਆ 2023 ਦੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਸੈਸ਼ਨ ਵਾਸਤੇ? ਅੰਤਰਰਾਸ਼ਟਰੀ ਓਲੰਪਿਕ ਕਮੇਟੀ ਸੈਸ਼ਨ 2023 ਦਾ ਹੋਣ ਜਾ ਰਿਹਾ ਸਾਡੇ ਕਿਹੜੇ ਸ਼ਹਿਰ ਦੇ ਵਿੱਚ? ਮੁੰਬਈ ਦੇ ਵਿੱਚ। ਲਾਸਟ ਆਉਂਦਾ ਜਿਹੜਾ ਬੜਾ ਇੰਪੋਰਟੈਂਟ ਕੁਐਸਚਨ ਹੈ, ਧਿਆਨ ਦੇ ਵਿੱਚ ਰੱਖਿਓ, ਇਹ ਕੁਐਸਚਨ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ। ਤਾਂ ਮੈਂ ਇੱਕ ਵਾਰ ਫੇਰ ਤੁਹਾਨੂੰ ਦੱਸ ਦੇਵਾਂ ਕਿ ਮਾਸਟਰ ਕਲਾਸਿਸ ਦੇ ਪਲੇਟਫਾਰਮ ਤੋਂ ਅਸੀਂ ਮਾਸਟਰ ਕੈਡਰ ETT ਤੇ ਟੈਟ ਦੇ ਕੋਰਸਿਸ ਸ਼ੁਰੂ ਕੀਤੇ ਨੇ। ਮਾਸਟਰ ਕੈਡਰ SST ਜਿਹਦੀਆਂ ਤੁਸੀਂ ਵੀਡੀਓਜ਼ ਡਿਸਕ੍ਰਿਪਸ਼ਨ ਬਾਕਸ 'ਚ ਤੁਹਾਨੂੰ ਮਿਲ ਜਾਣਗੀਆਂ, ਚੈਨਲ ਦੇ ਉੱਪਰ ਵੀ ਮਿਲ ਜਾਣਗੀਆਂ। ਅਸੀਂ ਆਲਰੇਡੀ ਇਹਨੂੰ ਲੈ ਕੇ ਆਪਣੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ। ਪ੍ਰੀਵੀਅਸ ਈਅਰ ਪੇਪਰਸ ਦੇ ਜਿਹੜੇ ਕੁਐਸਚਨਸ ਨੇ ਹਿਸਟਰੀ ਦੇ ਨੂੰ ਲੈ ਕੇ, ਸਿਵਿਕਸ ਦੇ ਤੇ ਦੂਸਰੇ ਜਿਹੜੇ ਹਿਸਟਰੀ ਵਾਲਾ ਪਾਰਟ ਹੈ, ਉਹ ਅਲੱਗ-ਅਲੱਗ ਅਸੀਂ ਚਲਾਏ ਹੋਏ ਨੇ। ਉਹਦੇ ਲੈਕਚਰ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਣਗੇ। ਤੇ ਜੇ ਤੁਹਾਨੂੰ ਕੁਝ ਇਨਫੋਰਮੇਟਿਵ ਲੱਗਦੇ ਨੇ ਕਿ ਲੱਗਦਾ ਅਸੀਂ ਤੁਹਾਡੇ ਇਸ ਫੀਲਡ ਦੇ ਵਿੱਚ, ਮਾਸਟਰ ਕੈਡਰ ਦੇ ਫੀਲਡ ਦੇ ਵਿੱਚ ਤੁਹਾਡੇ ਸਹਾਇਕ ਜੌਬ ਤੱਕ ਤੁਹਾਨੂੰ ਪਹੁੰਚਾ ਸਕਦੇ ਹਾਂ, ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਇਸ ਕੋਰਸ ਦੇ ਲਈ। ਤੇ ਇਹਦੇ ਰਿਲੇਟਡ ਹੋਰ ਵੀ ਕਿਸੇ ਤਰ੍ਹਾਂ ਦੀ ਤੁਹਾਡੀ ਕੁਐਰੀ ਬਣਦੀ ਹੈ ਕਿਸੇ ਵੀ ਚੀਜ਼ ਨੂੰ ਲੈ ਕੇ, ਤਾਂ ਤੁਸੀਂ ਆਹ ਦਿੱਤੇ ਹੋਏ ਨੰਬਰ 7087405454 ਦੇ ਉੱਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਤੁਹਾਨੂੰ ਹਰ ਇਨਫੋਰਮੇਸ਼ਨ ਮੁਹੱਈਆ ਕੀਤੀ ਜਾਊਗੀ। ਤੇ ਅੱਜ ਦੇ ਆਪਣੇ ਇਸ ਲੈਕਚਰ ਦੇ ਵਿੱਚ ਇੰਨਾ ਹੀ ਸੀ। ਤੁਸੀਂ ਨੇ ਪੇਸ਼ੈਂਸ ਨਾਲ ਸੁਣਿਆ, ਤੁਹਾਡਾ ਬਹੁਤ ਬਹੁਤ ਧੰਨਵਾਦ।